ਜਿਨ੍ਹਾਂ ਦਸੰਦੜਿਆਂ ਦੁਰਮਤ ਮੰਜੇ ਮਿੱਤਰ ਸਾਡੇ ਸਹੀ। ਪੰਥ ਦੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਪੁਰਾਤਨ ਸੰਗੀ ਸਾਥੀ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਕਾਲ ਵਿੱਚ ਬੜੇ ਨੇੜਿਓਂ ਪੰਥਕ ਫੁਲਵਾੜੀ ਦੀ ਪ੍ਰੇਮ ਕਿਆਰੀ ਦੀਆਂ ਖੁਸ਼ਬੂਆਂ ਦਾ ਆਨੰਦ ਮਾਣਿਆ ਹੈ। ਇਸ ਫੁਲਵਾੜੀ ਨੂੰ ਹਰਾ ਭਰਾ ਰੱਖਣ ਲਈ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਰਾਹੀਂ ਹਿੱਸਾ ਪਾਇਆ ਹੈ। ਅੱਜ ਜੈਤੀਕ ਸਿੰਘ ਆਨੰਦ ਵੱਲੋਂ ਨਾਮਵਰ ਵਿਦਵਾਨ ਪ੍ਰਿੰਸੀਪਲ ਗੁਰਮੁਖ ਸਿੰਘ ਜੀ ਨੂੰ ਇਸ ਵਿਸ਼ੇਸ਼ ਐਪੀਸੋਡ ਰਾਹੀਂ ਯਾਦ ਕਰ ਰਹੇ ਹਾਂ। ਨਾਮਵਰ ਵਿਦਵਾਨ ਚਿੰਤਕ ਤੇ ਲੇਖਕ ਪ੍ਰਿੰਸੀਪਲ ਗੁਰਮੁਖ ਸਿੰਘ ਜੀ ਦਾ ਜਨਮ 1 ਮਾਰਚ 1930 ਨੂੰ ਪਿੰਡ ਬੰਨੂ, ਜ਼ਿਲ੍ਹਾ ਪੇਸ਼ਾਵਰ, ਪਾਕਿਸਤਾਨ ਵਿੱਚ ਡਾਕਟਰ ਮੇਹਰ ਸਿੰਘ ਦੇ ਘਰ ਬੀਬੀ ਆਤਮਾ ਕੌਰ ਦੀ ਕੁੱਖੋਂ ਹੋਇਆ। ਆਪ ਜੀ ਦੇ ਪਰਿਵਾਰਕ ਮੈਂਬਰ ਆੜਤ ਦਾ ਕੰਮ ਕਰਦੇ ਸਨ। ਪ੍ਰਿੰਸੀਪਲ ਗੁਰਮੁਖ ਸਿੰਘ ਇੱਕ ਦੇਵੀ ਗੁਣਾ ਦਾ ਮਾਲਕ, ਗੁਰਮਤ ਖੋਜੀ, ਗੁਣਾ ਦੀ ਤਰਵੇਣੀ, ਉੱਚੀ ਪ੍ਰਤਿਭਾ ਦਾ ਮਾਲਕ, ਵਿਦਿਆ ਦੇ ਪੁੰਜ, ਰੋਸ਼ਨ ਮੀਨਾਰ, ਨਾਮ ਰੰਗਾਂ ਚ ਰੰਗੇ, ਨਿਸ਼ਕਾਮ ਕੀਰਤਨੀ ਹੈ, ਸਿੱਖ ਕੌਮ ਦਾ ਬੇਨਿਆਜ਼ ਹੀਰਾ ਹੋਇਆ ਹੈ। ਆਪ ਜੀ ਨੇ 10ਵੀਂ ਤੱਕ ਵਿਦਿਆ ਪੇਸ਼ਾਵਰ ਦੇ ਸਕੂਲ ਵਿੱਚੋਂ ਕੀਤੀ। ਦੇਸ਼ ਦੀ ਵੰਡ ਮਗਰੋਂ ਆਪ ਜੀ ਪਰਿਵਾਰ ਸਹਿਤ ਜਬਲਪੁਰ ਆਪਣੀ ਵੱਡੀ ਭੈਣ ਕੋਲ ਚਲੇ ਗਏ। ਉੱਥੇ ਰਹਿੰਦਿਆਂ ਪਰਿਵਾਰ ਦੇ ਗੁਜ਼ਾਰੇ ਲਈ ਅਸਲੇ ਦੀ ਫੈਕਟਰੀ ਵਿੱਚ ਨੌਕਰੀ ਕੀਤੀ। ਆਪ ਜੀ ਮਈ 1953 ਵਿੱਚ B.Ed ਦਾ ਕੋਰਸ ਕਰਨ ਲਈ ਜੈਪੁਰ ਆ ਗਏ। ਸਨ 1953 ਵਿੱਚ ਹੀ ਆਪ ਜੀ ਦਾ ਮੇਲ ਕਰਨਲ ਪਿਆਰਾ ਸਿੰਘ ਨਾਲ ਹੋਇਆ, ਜੋ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸੰਗੀ ਸਾਥੀ ਸਨ। ਉਹਨਾਂ ਸਦਕਾ ਹੀ ਆਪ ਜੀ ਦਾ ਭਾਈ ਸਾਹਿਬ ਜੀ ਅਤੇ ਹੋਰ ਅਨੇਕਾਂ ਪੁਰਾਤਨ ਗੁਰਸਿੱਖਾਂ ਨਾਲ ਮਿਲਾਪ ਹੋਇਆ। ਬਾਜਾ ਬੰਦ ਹੋ ਗਿਆ, ਸੰਗਤ ਸਾਰੀ ਚੁੱਪ ਹੋ ਗਈ। ਮੈਂ ਤਾਂ ਕ੍ਰਿਸ਼ਨ ਪਹਿਲੀ ਵਾਰ ਵੇਖਿਆ ਕੀਰਤਨ ਹੋ ਰਿਹਾ ਹੈ, ਇਹ ਬੰਦਾ ਗਿਆ ਕਿੱਥੇ? 1953 ਵਿੱਚ ਹੀ ਆਪ ਨੇ ਦਿੱਲੀ ਅਖੰਡ ਕੀਰਤਨੀ ਜਥੇ ਦੇ ਸਮਾਗਮ ਵਿੱਚ ਅੰਮ੍ਰਿਤਪਾਨ ਕੀਤਾ। मोहे गया बैरागी जोगी, काट कर पिंगरी वाई। मोहे गया, मोहे गया, मोहे गया, चुप हो गया। तबला बिल्कुल हौली हो गया, बाजा बंद हो गया, संगत सारी चुप हो गई। मैं तो कृष्ण पहली बार देखा कीर्तन हो रहा है, ये बंदा गया किथे? हो गया बैरागी जोगी। कुछ पल बाद ना ऐसे वापस आ गए। मोह गया बैरागी जोगी। आज कीर्तन नहीं हो रहा, आज टू टू हो रहा, कीर्तन नहीं आज। वो मोह गया बैरागी जोगी वाली गाली होर से होते। 5-5 घंटे कीर्तन करना सरदार जी को मखौल है, ये बंदे नहीं मिलते। ਸਨ 1955 ਵਿੱਚ ਆਪ ਜੀ ਦਾ ਵਿਆਹ ਬੀਬੀ ਤੇਜਿੰਦਰ ਕੌਰ ਜੀ ਉਰਫ ਰਾਣੀ ਸਪੁੱਤਰੀ ਸਰਦਾਰ ਵਜ਼ੀਰ ਸਿੰਘ ਵਾਸੀ ਸਿਆਲਕੋਟ ਪਾਕਿਸਤਾਨ ਨਾਲ ਦਿੱਲੀ ਵਿਖੇ ਹੋਇਆ। ਆਪ ਜੀ ਦੀ ਸੁਪਤਨੀ ਨੇ ਅਖੰਡ ਕੀਰਤਨੀ ਜਥੇ ਪਾਸੋਂ ਅੰਮ੍ਰਿਤ ਛਕਿਆ। ਕੇਸ ਕੀ ਧਾਰਨ ਕਰਕੇ ਅਤੇ ਕੀਰਤਨ ਸਿੱਖ ਕੇ ਆਪ ਆਪਣਾ ਜੀਵਨ ਚੜ੍ਹਦੀਆਂ ਕਲਾਂ ਵਿੱਚ ਗੁਜ਼ਾਰਨ ਲੱਗੇ। ਆਪ ਜੀ ਦਾ ਕਣ-ਕਣ ਗੁਰਮਤ ਨਾਲ ਜੁੜਿਆ ਹੋਇਆ ਸੀ, ਜਿਸ ਕਾਰਨ ਸਿੱਖ ਧਰਮ, ਸੱਭਿਆਚਾਰ ਅਤੇ ਗੁਰਸਿੱਖਾਂ ਦੇ ਜੀਵਨ ਨੂੰ ਆਪਣੇ ਆਰਟੀਕਲ ਮਾਸਿਕ ਸੂਰਾ ਵਿੱਚ ਛਾਪਦੇ ਰਹਿੰਦੇ ਸਨ। ਸਨ 1967 ਵਿੱਚ ਆਪ ਪਟਿਆਲੇ ਤੋਂ MA ਇੰਗਲਿਸ਼ ਕਰਕੇ ਗਵਰਨਮੈਂਟ ਕਾਲਜ ਸੰਗਰੂਰ ਵਿਖੇ ਇੰਗਲਿਸ਼ ਦੇ ਲੈਕਚਰਰ ਦੇ ਤੌਰ ਤੇ ਨਿਯੁਕਤ ਹੋਏ। ਸਨ 1968 ਵਿੱਚ ਆਪ ਜੀ ਦੀ ਅਹਿਮਦਗੜ੍ਹ ਵਿਖੇ ਬਦਲੀ ਹੋ ਗਈ। ਫਿਰ ਉੱਥੇ 1 ਸਾਲ ਸਰਵਿਸ ਕਰਨ ਤੋਂ ਬਾਅਦ ਆਪ ਜੀ ਨੇ ਕਪੂਰਥਲਾ ਗਵਰਨਮੈਂਟ ਕਾਲਜ ਵਿਖੇ ਬਦਲੀ ਕਰਵਾ ਲਈ। ਆਪ ਜੀ ਨੇ ਸਨ 1969 ਤੋਂ ਸਨ 1978 ਜੂਨ ਤੱਕ ਕਪੂਰਥਲਾ ਦੇ ਸਰਕਾਰੀ ਕਾਲਜ ਵਿੱਚ ਲੈਕਚਰਰ ਦੀਆਂ ਸੇਵਾਵਾਂ ਨਿਭਾਈਆਂ। ਇਹਨਾਂ ਸੇਵਾਵਾਂ ਦੌਰਾਨ ਹੀ
ਰਣਧੀਰ ਕਾਲਜ ਦੇ ਹੋਸਟਲ ਇੰਚਾਰਜ ਵਜੋਂ ਵੀ 4 ਸਾਲ ਸੇਵਾਵਾਂ ਨਿਭਾਈਆਂ। ਪ੍ਰਿੰਸੀਪਲ ਗੁਰਮੁਖ ਸਿੰਘ ਜੀ ਭਾਈ ਫੌਜਾ ਸਿੰਘ ਜੀ ਦੇ ਜੀਵਨ ਅਤੇ ਸ਼ਖਸੀਅਤ ਤੋਂ ਬੇਹੱਦ ਪ੍ਰਭਾਵਿਤ ਸਨ ਅਤੇ ਉਹਨਾਂ ਵੱਲੋਂ ਚੱਲਦਾ ਵਹੀਰ ਵਿੱਚ ਹਿੱਸਾ ਪਾਉਂਦੇ ਰਹੇ ਸਨ। ਭਾਈ ਫੌਜਾ ਸਿੰਘ ਜੀ 13 ਅਪ੍ਰੈਲ 1978 ਨੂੰ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀ ਗਏ। 1978 ਵਿੱਚ ਇੱਕ ਵਾਰ ਪਟਿਆਲਾ ਸਮਾਗਮ ਤੇ ਆਪ ਜੀ ਦਾ ਮੇਲ ਬਾਬਾ ਗੁਰਮੁਖ ਸਿੰਘ ਜੀ ਡੇਰਾ ਬਾਬਾ ਜੱਸਾ ਸਿੰਘ ਵਾਲਿਆਂ ਨਾਲ ਹੋਇਆ। ਸੰਤਾਂ ਦੀ ਬੇਨਤੀ ਸਵੀਕਾਰ ਕਰਦਿਆਂ ਗੁਰਮਤਿ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਤੌਰ ਤੇ ਸੇਵਾਵਾਂ ਨਿਭਾਉਣ ਦਾ ਵਚਨ ਦਿੱਤਾ। 1978 ਤੋਂ 1982 ਤੱਕ 4 ਸਾਲ ਪ੍ਰਿੰਸੀਪਲ ਗੁਰਮੁਖ ਸਿੰਘ ਹੋਰਾਂ ਨੇ ਗੁਰਮਤਿ ਕਾਲਜ ਦੀਆਂ ਸੇਵਾਵਾਂ ਨਿਭਾਈਆਂ। ਇਸ ਸਮੇਂ ਦੌਰਾਨ ਆਪ ਨੇ ਸੇਵਾ ਕਾਲ ਵਿੱਚ ਜਿਹੜੀ ਇਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਉਹ ਇਹ ਸੀ ਕਿ ਆਪ ਨੇ 20% ਸਿਲੇਬਸ ਗੁਰਮਤਿ ਸੰਗੀਤ ਕਥਾ ਅਤੇ ਲੈਕਚਰ ਦਾ ਐਡ ਕਰਵਾਇਆ, ਜਿਹੜਾ ਕਿ ਗੁਰਮਤਿ ਕਾਲਜ ਦੀ ਇੱਕ ਬੜੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਜਦੋਂ ਇਹ ਲਿਖਤਾਂ ਨਾਮਵਰ ਵਿਦਵਾਨ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਨਜ਼ਰੀ ਪਏ ਤਾਂ ਉਹਨਾਂ ਨੇ ਇਹਨਾਂ ਲੇਖਾਂ ਨੂੰ ਕਿਤਾਬੀ ਰੂਪ ਦੇਣ ਲਈ ਪ੍ਰਿੰਸੀਪਲ ਗੁਰਮੁਖ ਸਿੰਘ ਜੀ ਨੂੰ ਸੁਝਾਅ ਦਿੱਤਾ। ਭਾਈ ਸਾਹਿਬ ਦੇ ਜਿਹੜੇ ਆਰਟੀਕਲਸ ਹੁੰਦੇ ਸਨ ਉਹ ਵੱਡੀ ਗਿਣਤੀ ਦੇ ਵਿੱਚ ਇਹ ਸੂਰਾ ਦੇ ਵਿੱਚ ਪ੍ਰਕਾਸ਼ਿਤ ਹੁੰਦੇ। ਉਹ ਸੂਰਾ ਦੇ ਵਿੱਚ ਜਿਹੜੇ ਆਰਟੀਕਲਸ ਨੂੰ ਜਦੋਂ ਪ੍ਰਿੰਸੀਪਲ ਸਤਵੀਰ ਸਿੰਘ ਨੇ ਦੇਖਿਆ, ਸਤਵੀਰ ਸਿੰਘ ਸਿੱਖ ਕੌਮ ਦੇ ਇੱਕ ਨਾਮਵਰ ਵਿਦਵਾਨ ਹੋਏ ਨੇ, ਉਹਨਾਂ ਨੇ ਪ੍ਰਿੰਸੀਪਲ ਨੂੰ ਸੁਝਾਅ ਦਿੱਤਾ, ਪ੍ਰਿੰਸੀਪਲ ਸਾਹਿਬ ਨੂੰ, ਕਿ ਕਿਉਂ ਨਾ ਇਹ ਆਰਟੀਕਲ ਦੀ ਚੋਣ ਕਰਕੇ ਇਹਨੂੰ ਐਡਿਟ ਕਰਕੇ ਇਹਨੂੰ ਤੁਸੀਂ ਕਿਤਾਬੀ ਰੂਪ ਵਿੱਚ ਕਿਉਂ ਨਹੀਂ ਦਰਜ ਕਰਦੇ। ਫਿਰ ਪ੍ਰਿੰਸੀਪਲ ਗੁਰਮੁਖ ਸਿੰਘ ਜੀ ਨੇ ਉਹਨਾਂ ਆਰਟੀਕਲਸ ਨੂੰ ਜਿਹੜਾ ਹੈ ਉਹਨਾਂ ਦੀ ਚੋਣ ਕੀਤੀ। ਚੋਣ ਕਰਨ ਤੋਂ ਮਗਰੋਂ ਇਹਨਾਂ ਦੀਆਂ ਪਹਿਲੀਆਂ 2 ਕਿਤਾਬਾਂ ਸੰਨ 1991 ਦੇ ਆਈਆਂ, ਜਿਹੜਾ ਦੋਨੋਂ ਕਿਤਾਬਾਂ ਪਹਿਲਾ ਗੁਰਮਤਿ ਕਦਰਾਂ 1 ਤੇ ਗੁਰਮਤਿ ਕਦਰਾਂ 2, ਜਿਹੜਾ ਸਿਦਕ ਕਰ ਸਜਦਾ ਤੇ ਗੁਰਸਿੱਖੀ ਬਾਰੀਕ ਹੈ, ਇਹ ਪੁਸਤਕ ਪਾਠਕਾਂ ਦੀ ਝੋਲੀ ਪਾਈਆਂ। ਇਸੇ ਤਰ੍ਹਾਂ ਫਿਰ 1999 'ਚ ਇੱਕ ਪੁਸਤਕ ਇਹ ਜਿਹੜੀ ਹੈ ਗੋਬਿੰਦ ਗਜਿਆ, ਉਹ ਪੁਸਤਕ ਆਈ। ਇਹ ਸਾਰੇ ਜਿਹੜੇ ਨੇ ਇਹ ਧਾਰਮਿਕ ਲੇਖਾਂ ਦੇ ਨਾਲ ਇਹਨਾਂ ਦਾ ਸੰਬੰਧ ਸੀ। ਫਿਰ ਉਹਨਾਂ ਤੋਂ ਮਗਰੋਂ ਇਹਨਾਂ ਦੀ ਇੱਕ ਹੋਰ ਪੁਸਤਕ ਜਿਹੜੀ ਸੀ ਸਹੀ ਪਿਆਰੇ ਮੇਲ, ਜਿਹਦੇ 'ਚ ਗੁਰਸਿੱਖਾਂ ਦੇ ਜੀਵਨ ਬਰਤਾਂਤ, ਉਹਨਾਂ ਦੇ ਲੇਖਾ ਚਿੱਤਰ ਇਹਨਾਂ ਨੇ ਬਹੁਤ ਹੀ ਖੂਬਸੂਰਤੀ ਤੇ ਪਿਆਰ ਦੇ ਨਾਲ ਉਹਨਾਂ ਨੂੰ ਉਹਦੇ ਵਿੱਚ ਸਿਰਜਿਆ ਸੀ। ਔਰ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਵੀ ਕਾਫੀ ਕਿਤਾਬਾਂ ਦੇ ਵਿੱਚ ਸ਼ਮੂਲੀਅਤ ਕੀਤੀ। ਨਾਮਵਰ ਸਿੱਖ ਵਿਦਵਾਨ ਤੇ ਲੇਖਕ ਸਰਦਾਰ ਜੈ ਤੇਗ ਸਿੰਘ ਅਨੰਤ ਦੀਆਂ ਪੁਸਤਕਾਂ ਜਨ ਪਰ ਉਪਕਾਰੀ ਆਏ ਅਤੇ ਸਰਦਾਰ, ਜਿਸ ਵਿੱਚ ਕਪੂਰ ਸਿੰਘ ਜੀ ਦਾ ਜੀਵਨ ਅਤੇ ਸ਼ਖਸੀਅਤ ਬਾਰੇ ਦੱਸਿਆ ਗਿਆ ਹੈ। ਜਿਵੇਂ ਜਨ ਪਰ ਉਪਕਾਰੀ ਆਏ, ਸਰਦਾਰ, ਸਮ੍ਰਿਤੀ ਗ੍ਰੰਥ ਭਾਈ ਸਾਹਿਬ ਭਾਈ ਰਣਧੀਰ ਸਿੰਘ, ਇਹਨਾਂ ਪੁਸਤਕਾਂ ਵਿੱਚ ਵੀ ਇਹਨਾਂ ਦੀ ਆਪਣੀ ਇੱਕ ਅਦੁੱਤੀ ਦੇਣ ਸੀ ਔਰ ਇਹਨਾਂ ਨੇ ਇਹਨਾਂ ਪੁਸਤਕਾਂ ਵਿੱਚ ਆਪਣੀ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਆਪ ਦੇ ਆਰਟੀਕਲ ਸੂਰਾ, ਗੁਰਮਤਿ ਪ੍ਰਕਾਸ਼, ਸੰਤ ਸਿਪਾਹੀ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਸਨ। ਇਹ ਵਧੇਰੇ ਤੌਰ ਤੇ ਪ੍ਰਿੰਸੀਪਲ ਗੁਰਮੁਖ ਸਿੰਘ ਜੀ ਦੇ ਆਰਟੀਕਲਸ ਤੁਸੀਂ ਜਿਹੜੇ ਨੇ ਪਹਿਲਾਂ ਸੂਰਾ, ਫਿਰ ਆਤਮ ਰੰਗ ਔਰ ਉਸ ਤੋਂ ਮਗਰੋਂ ਸੰਤ ਸਿਪਾਹੀ, ਤੇ ਇਸ ਤਰ੍ਹਾਂ ਕੁਝ ਜਿਹੜੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਪਰਚਾ ਨਿਕਲਦਾ ਸੀ ਉਹਦੇ ਵਿੱਚ ਵੀ ਇਹਨਾਂ ਦੇ ਆਰਟੀਕਲਸ ਵੇਖਣ ਨੂੰ ਮਿਲਦੇ ਸਨ।
ਸਨ 1991 ਵਿੱਚ ਪਹਿਲੀ ਵਾਰ ਬਰਤਾਨੀ ਫੇਰੀ ਤੇ ਆਪਣੀ ਸੁਪਤਨੀ ਬੀਬੀ ਤਜਿੰਦਰ ਕੌਰ ਜੀ ਨਾਲ ਬਰਤਾਨੀਆ ਵਿੱਚ ਰਹਿ ਰਹੀ ਲੜਕੀ ਬੀਬੀ ਸਤਵੰਤ ਕੌਰ ਜੀ ਅਤੇ ਦਮਾਦ ਭਾਈ ਭੁਪਿੰਦਰ ਸਿੰਘ ਜੀ ਕੋਲ ਗਏ। ਉੱਥੇ ਰਹਿ ਕੇ ਆਪ ਜੀ ਨੇ ਕੀਰਤਨ ਦਾ ਲਾਹਾ ਲਿਆ ਅਤੇ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ। ਬਰਮਿੰਗਮ ਵਿੱਚ ਭਾਈ ਮਦਨ ਸਿੰਘ ਜੀ ਨਾਲ ਗੁਰਮਤਿ ਵਿਚਾਰਾਂ ਵੀ ਕੀਤੀਆਂ। 2012 ਤੱਕ ਉਹਨਾਂ ਨੇ 5 ਵਾਰ ਬਰਤਾਨੀਆ ਦੀ ਧਰਤੀ ਨੂੰ ਭਾਗ ਲਾਏ। ਪ੍ਰਿੰਸੀਪਲ ਗੁਰਮੁਖ ਸਿੰਘ ਕਿਉਂਕਿ ਇੱਕ ਨਾਮਵਰ ਵਿਦਵਾਨ ਸਨ, ਖੋਜੀ ਸਨ, ਇੱਕ ਪ੍ਰਤਿਭਾਸ਼ੀਲ ਵਿਅਕਤੀ ਸਨ ਔਰ ਉਹਨਾਂ ਦੀਆਂ 4-5 ਕਿਤਾਬਾਂ ਆ ਚੁੱਕੀਆਂ ਸਨ। ਗੁਰਮਤਿ ਤੇ ਇਤਿਹਾਸ ਤੇ ਸਿੱਖ ਸੱਭਿਆਚਾਰ ਤੇ ਧਰਮ ਤੇ ਉਹਨਾਂ ਦੀ ਪਕੜ ਸੀ। ਉਹਨਾਂ ਦੇ ਆਰਟੀਕਲ ਜਿਹੜੇ ਨੇ ਵੱਡੀ ਗਿਣਤੀ 'ਚ ਵੱਖ-ਵੱਖ ਨਾਮਵਰ ਰਸਾਲਿਆਂ ਮੈਗਜ਼ੀਨਾਂ 'ਚ ਪ੍ਰਕਾਸ਼ਿਤ ਹੁੰਦੇ ਸਨ। 1992 ਤੋਂ 1994 ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਸੇਵਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈ ਉਹਦੀ ਦੇਖ ਰੇਖ ਕਰੋ। ਪ੍ਰਿੰਸੀਪਲ ਜਿਹੜੇ ਗੁਰਮੁਖ ਸਿੰਘ ਸਨ ਉਹਨਾਂ ਨੇ 1992 ਤੋਂ 1994 ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈ ਉਹਦੇ ਇੰਚਾਰਜ ਦੇ ਵਜੋਂ ਸੇਵਾ ਨਿਭਾਈ ਔਰ ਉਹਦੇ ਵਿੱਚ ਕਾਫੀ ਜਿਹੜੀ ਹੈ ਡਿਵੈਲਪਮੈਂਟ ਕੀਤੀ। ਇਸ ਸਮੇਂ ਦੌਰਾਨ ਇਹਨਾਂ ਦਾ ਸੰਬੰਧ ਜਿਹੜਾ ਹੈ ਨਿੱਠ ਦਾ ਉਹ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਦੇ ਨਾਲ ਹੋਇਆ। ਉਹ ਇਸ ਸਮੇਂ ਦੇ ਦੌਰਾਨ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਦੇ ਨਾਲ ਹੋਇਆ। ਇਹਨਾਂ ਨੇ ਜਿਹੜਾ ਹੈ ਹੋਰ ਜਿਹੜੇ ਗੁਰਮਤਿ ਦੇ ਕਾਰਜ ਸਨ, ਖੋਜ ਦੇ ਕਾਰਜ ਸਨ, ਨਿਰੰਤਰ ਇੱਕ ਦੂਜੇ ਦਾ ਆਦਾਨ ਪ੍ਰਦਾਨ ਕੀਤਾ ਔਰ ਜਿਹਦਾ ਲਾਭ ਖਾਲਸਾ ਪੰਥ ਨੂੰ ਵੱਡੀ ਗਿਣਤੀ 'ਚ ਹੋਇਆ। ਆਤਮ ਰੰਗ ਦਾ ਆਗਾਜ਼। ਅਖੰਡ ਕੀਰਤਨੀ ਜਥੇ ਦੀ ਪ੍ਰਬੰਧਕੀ ਪੰਚਾਇਤ ਵੱਲੋਂ 14 ਅਪ੍ਰੈਲ 1999 ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੇਸ਼ ਵਿਦੇਸ਼ਾਂ ਤੋਂ ਪੁੱਜੀ ਪ੍ਰਤੀਨਿਧਾਂ ਦੀ ਹਾਜ਼ਰੀ ਵਿੱਚ ਆਤਮ ਰੰਗ ਮਾਸਿਕ ਪੱਤਰ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਪੁਰਾਣੇ ਸਾਥੀ ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਰਿਲੀਜ਼ ਕੀਤਾ। ਪ੍ਰਿੰਸੀਪਲ ਗੁਰਮੁਖ ਸਿੰਘ ਜੀ ਦਾ ਅੰਮ੍ਰਿਤ ਕੀਰਤਨ ਪੋਥੀ ਦੇ ਰਚੇਤਾ ਭਾਈ ਸਾਹਿਬ ਭਾਈ ਹਰਚਰਨ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਅੰਤਾਂ ਦਾ ਪਿਆਰ ਸੀ। ਗੁਰਮਤਿ ਖੋਜ ਗੁਰਮਤਿ ਸਾਹਿਤ ਵਿੱਚ ਸਦਾ ਉਹ ਭਾਈ ਸਾਹਿਬ ਭਾਈ ਹਰਚਰਨ ਸਿੰਘ ਹੋਰਾਂ ਦੀ ਨਿੱਘੀ ਅਗਵਾਈ ਅਤੇ ਮਾਰਗਦਰਸ਼ਨ ਲੈਂਦੇ ਸਨ, ਜਿਨ੍ਹਾਂ ਦੀ ਦੂਰਦ੍ਰਿਸ਼ਟੀ ਸਦਕਾ ਆਪ ਨੂੰ ਮਾਸਿਕ ਆਤਮ ਰੰਗ ਦੇ ਫਾਊਂਡਰ ਸੰਪਾਦਕ ਨਾਲ ਨਿਵਾਜਿਆ ਗਿਆ। ਆਪ ਜੀ ਨੇ 2008 ਤੱਕ ਮੁੱਖ ਸੰਪਾਦਕੀ ਦੀ ਸੇਵਾ ਕੀਤੀ ਅਤੇ ਇਹ ਪੇਪਰ ਆਕਾਸ਼ ਦੀਆਂ ਸਿਖਰਾਂ ਛੂਹਣ ਲੱਗਾ। ਪ੍ਰਿੰਸੀਪਲ ਗੁਰਮੁਖ ਸਿੰਘ ਕਿਉਂਕਿ ਇੱਕ ਨਾਮਵਰ ਵਿਦਵਾਨ ਸਨ, ਖੋਜੀ ਸਨ, ਇੱਕ ਪ੍ਰਤਿਭਾਸ਼ੀਲ ਵਿਅਕਤੀ ਸਨ ਔਰ ਉਹਨਾਂ ਦੀਆਂ 4-5 ਕਿਤਾਬਾਂ ਆ ਚੁੱਕੀਆਂ ਸਨ। ਗੁਰਮਤਿ ਤੇ ਇਤਿਹਾਸ ਤੇ ਸਿੱਖ ਸੱਭਿਆਚਾਰ ਤੇ ਧਰਮ ਤੇ ਉਹਨਾਂ ਦੀ ਪਕੜ ਸੀ। ਉਹਨਾਂ ਦੇ ਆਰਟੀਕਲ ਜਿਹੜੇ ਨੇ ਵੱਡੀ ਗਿਣਤੀ 'ਚ ਵੱਖ-ਵੱਖ ਨਾਮਵਰ ਰਸਾਲਿਆਂ ਮੈਗਜ਼ੀਨਾਂ 'ਚ ਪ੍ਰਕਾਸ਼ਿਤ ਹੁੰਦੇ ਸਨ। ਪ੍ਰਿੰਸੀਪਲ ਸਾਹਿਬ ਜੀ ਦੀ ਸੁਪਤਨੀ ਬੀਬੀ ਤਜਿੰਦਰ ਕੌਰ ਜੀ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ। ਆਪ ਜੀ ਆਪਣੇ ਪਿੱਛੇ 2 ਸਪੁੱਤਰ ਭਾਈ ਮਨਮੋਹਨ ਸਿੰਘ ਜੀ ਅੰਮ੍ਰਿਤਸਰ ਵਾਲੇ ਅਤੇ ਦੂਜਾ ਭਾਈ ਜਸਪਾਲ ਸਿੰਘ ਜੀ ਪਟਿਆਲੇ ਵਾਲੇ ਛੱਡ ਗਏ ਸਨ। ਉਹਨਾਂ ਦੀ ਇੱਕੋ ਇੱਕ ਸੁਪੁੱਤਰੀ ਬੀਬੀ ਸਤਵੰਤ ਕੌਰ ਬੇਦੀ ਜੋ ਆਪਣੇ ਮਾਪਿਆਂ ਲਈ ਦਿਲਾਂ ਦੀ ਧੜਕਨ ਸੀ, ਉਹਨਾਂ ਨੇ ਸਰਵਣ ਪੁੱਤਰ ਦੀ ਭੂਮਿਕਾ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਦਮਾਦ ਜੋ ਕਿ ਨਿਮਰਤਾ ਤੇ ਸੇਵਾ ਦੇ ਪੁੰਜ ਅਤੇ ਪਰਉਪਕਾਰੀ ਸੁਭਾਅ ਦੇ ਮਾਲਕ, ਉਹਨਾਂ ਨੇ ਪ੍ਰਿੰਸੀਪਲ ਸਾਹਿਬ ਦੇ ਆਗਿਆਕਾਰੀ ਤੇ ਤਾਬੇਦਾਰੀ ਦਾ ਫਰਜ਼ ਹਮੇਸ਼ਾ ਅਦਾ ਕੀਤਾ। ਪ੍ਰਿੰਸੀਪਲ ਸਾਹਿਬ ਇੱਕ ਰੋਸ਼ਨ ਮੀਨਾਰ, ਉੱਚੀ ਪ੍ਰਤਿਭਾ ਦੇ ਮਾਲਿਕ, ਗੁਰਮਤ ਮਾਰਗ ਦੇ ਪਾਂਧੇ, ਜਿਨ੍ਹਾਂ ਸਦਾ ਮਨ ਨੀਵਾਂ ਮਤ ਉੱਚੀ ਕਰਕੇ ਲੋਕਾਂ ਵਿੱਚ ਗੁਰਮਤ ਜੀਵਨ ਦੀਆਂ ਖੁਸ਼ਬੂਆਂ ਖਲੇਰਦੇ ਆਪਣੀ ਅਮਿੱਟ ਛਾਪ ਛੱਡ ਗਏ। ਅੰਤ ਸਮੇਂ ਪਟਿਆਲੇ ਵਿੱਚ ਆਪਣੇ ਛੋਟੇ ਸੁਪੁੱਤਰ ਭਾਈ ਜਸਪਾਲ ਸਿੰਘ ਜੀ
ਜੋ ਤਾਂਤੀ ਸਾਜ਼ਾਂ ਵਿੱਚ ਚੰਗੀ ਮੁਹਾਰਤ ਰੱਖਦੇ ਹਨ ਅਤੇ ਗੁਰੂ ਘਰ ਦੇ ਕੀਰਤਨੀਏ ਹਨ, ਪਾਸ ਅੰਤਲੇ ਸਵਾਸਾਂ ਤੱਕ ਨਾਮ, ਬਾਣੀ, ਨਾਮ ਸਿਮਰਨ ਤੇ ਸ਼ਬਦ ਧੁਨ ਵਿੱਚ ਸਵਾਰ 9 ਦਸੰਬਰ 2020 ਨੂੰ 91 ਸਾਲਾਂ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਅਤੇ ਇਸ ਸੰਸਾਰ ਤੇ ਆਉਣਾ ਸਫਲ ਕਰ ਗਏ। ਅੱਜ ਪ੍ਰਿੰਸੀਪਲ ਗੁਰਮੁਖ ਸਿੰਘ ਜੀ ਨਹੀਂ ਹਨ, ਪਰ ਉਹਨਾਂ ਵੱਲੋਂ ਸ਼ੁਰੂ ਕੀਤਾ ਮਾਸਿਕ ਆਤਮਰੰਗ ਉਹਨਾਂ ਦੀ ਸੋਚ ਤੇ ਪਹਿਰਾ ਦਿੰਦਾ ਹੋਇਆ ਪਾਠਕਾਂ ਦੇ ਦਰ ਉੱਤੇ ਹਰ ਮਹੀਨੇ ਦਸਤਕ ਦੇ ਰਿਹਾ ਹੈ। ਪ੍ਰੋਗਰਾਮ ਸਿੱਖੀ ਦੀ ਮਹਿਕ ਜ਼ਰੀਏ ਅਸੀਂ ਪ੍ਰਿੰਸੀਪਲ ਗੁਰਮੁਖ ਸਿੰਘ ਜੀ ਦੇ ਜੀਵਨ ਅਤੇ ਸ਼ਖਸੀਅਤ ਨੂੰ ਕੁੱਜੇ ਵਿੱਚ ਸਮੁੰਦਰ ਨਿਆਈ ਦਰਸਾਉਣ ਦਾ ਯਤਨ ਕੀਤਾ ਹੈ। ਇਸ ਯਤਨ ਵਿੱਚ ਅਸੀਂ ਕਿੰਨੇ ਕੁ ਸਫਲ ਹੋਏ ਹਾਂ, ਸਾਨੂੰ ਕਮੈਂਟਸ ਰਾਹੀਂ ਜ਼ਰੂਰ ਦੱਸਣਾ। ਅਗਲੇ ਐਪੀਸੋਡ ਵਿੱਚ ਅਸੀਂ ਕਿਸੇ ਹੋਰ ਗੁਰਮੁਖ ਪਿਆਰੇ ਨੂੰ ਸਮਰਪਿਤ ਕਰਨ ਦਾ ਯਤਨ ਕਰਾਂਗੇ। ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।